Good morning, student. I hope you all are doing well. And today I am going to discuss about your chapter number 18, which is about capital and revenue items. ਅੱਜ ਦੇ ਇਸ concept ਦੇ ਵਿੱਚ ਡਿਸਕਸ ਕਰਾਂਗੇ ਕਿ ਕੀ ਹੁੰਦੀਆਂ ਨੇ capitals and revenue items. First of all, in every business, financial statements are prepared at the end of every financial year. ਫਸਟਲੀ ਇਹ ਦੱਸਿਆ ਜਾਂਦਾ ਹੈ ਕਿ ਜਦੋਂ ਵੀ ਫਾਈਨੈਂਸ਼ੀਅਲ ਈਅਰ ਸਟਾਰਟ ਹੁੰਦਾ ਹੈ ਉਹਦੇ ਐਂਡ 'ਤੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜੋ ਬਿਜ਼ਨਸ ਦੇ ਵਿੱਚ ਵਰਕਿੰਗ ਹੋਈ ਆ ਉਹਦੇ ਰਿਲੇਟਡ ਜਿਹੜੀ ਫਾਈਨੈਂਸ਼ੀਅਲ ਸਟੇਟਮੈਂਟ ਆ ਉਹਨੂੰ ਪ੍ਰਪੇਅਰ ਕੀਤਾ ਜਾਂਦਾ। ਇਹਦਾ ਇੱਕੋ ਹੀ ਮੋਟਿਵ ਹੁੰਦਾ ਹੈ ਕਿ ਬਿਜ਼ਨਸ ਨੂੰ ਕਰੈਕਟ ਪ੍ਰੋਫਿਟ ਔਰ ਲਾਸ ਆ ਜਿਹੜਾ ਉਹ ਪਤਾ ਲੱਗ ਜੇ ਔਰ ਇਹ ਵੀ ਪਤਾ ਚੱਲ ਜੇ ਕਿ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ ਬਿਜ਼ਨਸ ਦੀ। ਔਰ ਇਸ ਪਰਪਸ ਦੇ ਲਈ ਇਸ ਚੀਜ਼ ਨੂੰ ਸਮਝਣ ਦੇ ਲਈ ਉਹ ਡਿਫਰੈਂਸ ਵੀ ਕ੍ਰੀਏਟ ਕਰਦੇ ਆ ਕੈਪੀਟਲ ਐਂਡ ਰੈਵਨਿਊ ਆਈਟਮ ਦੇ ਵਿੱਚ ਕਿ ਕਿਹੜੀਆਂ ਆਈਟਮਾਂ ਜਿਹੜੀਆਂ ਉਹ ਕੈਪੀਟਲ ਆ ਯਾਨੀ ਕਿ ਪੂੰਜੀ ਦੇ ਨਾਲ ਜੁੜੀਆਂ ਹੋਈਆਂ, ਕਿਹੜੀਆਂ ਸਾਡੀਆਂ ਰੈਵਨਿਊ ਨੇ। ਰੈਵਨਿਊ ਮਤਲਬ ਕਿ ਸਾਡੀ ਆਮਦਨ ਦੇ ਨਾਲ ਜੁੜੀਆਂ ਹੋਈਆਂ ਹਨ। ਇਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦਿੱਤੀਆਂ ਹੋਣਗੀਆਂ ਜਿਹੜੀਆਂ ਟ੍ਰੇਡਿੰਗ ਦੇ ਵਿੱਚ ਵੀ ਜਾਂਦੀਆਂ, ਪ੍ਰੋਫਿਟ ਐਂਡ ਲਾਸ ਦੇ ਵਿੱਚ ਵੀ ਜਾਂਦੀਆਂ ਔਰ ਇਹਦੇ ਵਿੱਚੋਂ ਕੁਝ ਆਈਟਮਸ ਇੱਦਾਂ ਦੀਆਂ ਵੀ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਬੈਲੈਂਸ ਸ਼ੀਟ ਦੇ ਵਿੱਚ ਵੀ ਰਿਕਾਰਡ ਕਰਦੇ ਹਾਂ। ਸੋ ਇਸ ਚੈਪਟਰ ਦੇ ਵਿੱਚ ਆਪਾਂ ਸਿਰਫ ਉਹਨਾਂ ਵੈਲਿਊਜ਼ ਨੂੰ ਦੇਖਣਾ ਹੈ, ਉਹਨਾਂ ਦੀ ਆਇਡੈਂਟੀਟੀ ਨੂੰ ਪਤਾ ਕਰਨਾ ਹੈ, ਉਹਨਾਂ ਦੇ ਨੇਚਰ ਨੂੰ ਪਤਾ ਕਰਨਾ ਹੈ ਕਿ ਵੇ ਜਿਹੜੀਆਂ ਚੀਜ਼ਾਂ ਨੇ ਕੈਪੀਟਲ ਐਂਡ ਰੈਵਨਿਊ ਦੇ ਵਿੱਚ ਕਿਹੜੀਆਂ ਜਿਹੜੀਆਂ ਆਈਟਮਸ ਨੇ ਕਿਹੜੀਆਂ ਟ੍ਰਾਂਜੈਕਸ਼ਨਸ ਨੂੰ ਅਸੀਂ ਰਿਕਾਰਡ ਕਰ ਸਕਦੇ। ਫਸਟ ਆਫ ਆਲ ਨੀਡ ਟੂ ਡਿਸਟਿੰਗੁਇਸ਼ ਬਿਟਵੀਨ ਕੈਪੀਟਲ ਐਂਡ ਰੈਵਨਿਊ ਕਿ ਸਾਨੂੰ ਕਿੰਨੀ ਕੁ ਜ਼ਰੂਰਤ ਪੈ ਗਈ ਕਿ ਦੋਨਾਂ ਵਿੱਚ ਸਾਨੂੰ ਡਿਫਰੈਂਸ ਜਿਹੜਾ ਕ੍ਰੀਏਟ ਕਰਨਾ ਪਿਆ। ਫਸਟ ਆਫ ਆਲ ਪ੍ਰੋਪਰ ਆਇਡੈਂਟੀਫਿਕੇਸ਼ਨ ਹੈ ਜਿਹੜੀ ਉਹ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਸਾਨੂੰ ਪਤਾ ਚੱਲ ਜਾਂਦਾ ਕਿ ਜੋ ਇਨਫੋਰਮੇਸ਼ਨ ਹੈ ਸਾਡੇ ਕੋਲੇ ਉਹ ਸਹੀ ਆ ਜਾਂ ਗਲਤ ਆ। ਉਹਦੇ ਲਈ ਕੁਝ ਓਬਜੈਕਟਿਵਸ ਆ ਜਿਹੜੇ ਸਾਨੂੰ ਗਿਵਨ ਆ, ਸੋ ਉਹ ਆਪਾਂ ਦੇਖਦੇ ਹਾਂ, ਡਿਸਕਸ ਕਰਦੇ ਹਾਂ। ਫਸਟ ਆਫ ਆਲ ਆਪਣੇ ਕੋਲੇ ਹੈਗਾ ਹੈ ਟੂ ਅਸਰਟੇਨ ਦਾ ਟਰੂ ਫੇਅਰ ਨੈਟ ਪ੍ਰੋਫਿਟ ਔਰ ਨੈਟ ਇਨਕਮ। ਪਹਿਲਾ ਮਕਸਦ ਹੈਗਾ ਹੈ ਕੈਪੀਟਲ ਐਂਡ ਰੈਵਨਿਊ ਆਈਟਮ ਦੇ ਵਿੱਚ ਡਿਫਰੈਂਸ ਕ੍ਰੀਏਟ ਕਰਨ ਦਾ ਕਿ ਸਾਨੂੰ ਅਸਲੀ ਜਿਹੜੀ ਆ ਨੈਟ ਪ੍ਰੋਫਿਟ ਦੀ ਇਨਫੋਰਮੇਸ਼ਨ ਹੈ ਜਿਹੜੀ ਉਹ ਮਿਲ ਜੇ। ਮੇਨ ਮੋਟਿਵ ਸਿਰਫ ਇੰਨਾ ਹੀ ਆ ਕਿ ਬਿਜ਼ਨਸ ਆ ਜਿਹੜਾ ਉਹ ਆਪਣਾ ਨੈਟ ਪ੍ਰੋਫਿਟ ਔਰ ਨੈਟ ਲਾਸ ਆ ਜਿਹੜਾ ਉਹ ਐਟ ਦਾ ਐਂਡ ਆਫ ਈਅਰ ਉਹ ਪਤਾ ਕਰ ਸਕੇ ਔਰ ਉਹ ਤਾਂ ਹੀ ਪਤਾ ਹੋਊਗਾ ਜੇ ਸਾਨੂੰ ਪਤਾ ਹੋਊਗਾ ਕਿ ਸਾਡੀਆਂ ਕੈਪੀਟਲ ਵੈਲਿਊਜ਼ ਕਿਹੜੀਆਂ ਨੇ ਔਰ ਸਾਡੀਆਂ ਰੈਵਨਿਊ ਵੈਲਿਊਜ਼ ਕਿਹੜੀਆਂ ਹੈ। ਪ੍ਰੋਪਰ ਮੈਜ਼ਰਮੈਂਟ ਕਰਨ ਦੇ ਲਈ ਇਨਕਮ ਆ ਜਿਹੜੀ ਉਹ ਰੈਵਨਿਊ ਆਈਟਮਸ ਹੁੰਦੀਆਂ ਉਹ ਸਿਰਫ ਕੀ ਹੈ ਇਨਕਮ ਸਟੇਟਮੈਂਟ ਦੇ ਵਿੱਚ ਅਸੀਂ ਇਨਕਲੂਡ ਕਰਦੇ ਹਾਂ। ਪ੍ਰੋਫਿਟ ਔਰ ਲਾਸ ਦੇ ਵਿੱਚ ਜਿਹੜੀਆਂ ਕੈਪੀਟਲ ਹੁੰਦੀਆਂ ਉਹਨੂੰ ਅਸੀਂ ਕੀ ਬਣਾਉਂਦੇ ਹਾਂ ਬੈਲੈਂਸ ਸ਼ੀਟ ਦਾ ਪਾਰਟ ਬਣਾਉਂਦੇ ਹਾਂ। ਮੀਨ ਟੂ ਸੇ ਕਿ ਰੈਵਨਿਊ ਆਈਟਮਾਂ ਜਿਹੜੀਆਂ ਉਹ ਸਿਰਫ ਅਸੀਂ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਦੇ ਵਿੱਚ ਯਾਨੀ ਕਿ ਇਨਕਮ ਸਟੇਟਮੈਂਟ ਦੇ ਵਿੱਚ ਸ਼ੋਅ ਕਰਦੇ ਹਾਂ ਓਨਲੀ ਰੈਵਨਿਊ ਆਈਟਮਸ ਨੂੰ ਔਰ ਕੈਪੀਟਲ ਆਈਟਮਸ ਨੂੰ ਅਸੀਂ ਕਿੱਧਰ ਸ਼ੋਅ ਕਰਦੇ ਹਾਂ ਬੈਲੈਂਸ ਸ਼ੀਟ ਦੇ ਵਿੱਚ ਓਨਲੀ। ਜਦੋਂ ਪਤਾ ਲੱਗ ਜਾਏਗਾ ਵੀ ਕੈਪੀਟਲ ਆਈਟਮ ਬੈਲੈਂਸ ਸ਼ੀਟ ਵਾਲੀ ਆ ਤਾਂ ਉਹਨੂੰ ਅਸੀਂ ਰਿਕਾਰਡ ਨਹੀਂ ਕਰਾਂਗੇ, ਉਹ ਨੈਕਸਟ ਚਲੀ ਜਾਏਗੀ ਅੱਗੇ। ਉਸ ਤੋਂ ਬਾਅਦ ਆਪਣੇ ਕੋਲ ਹੈਗਾ ਹੈ ਟੂ ਮੀਟ ਦਾ ਰਿਕੁਆਇਰਮੈਂਟ ਆਫ ਇਨਕਮ ਟੈਕਸ। ਸੈਕਿੰਡ ਮਕਸਦ ਹੁੰਦਾ ਸਾਡਾ ਇਨਕਮ ਟੈਕਸ ਦੀ ਜਿਹੜੀ ਇੱਕ ਕੈਲਕੂਲੇਸ਼ਨ ਆ ਉਹ ਕਰਨ ਦੇ ਲਈ। ਹੁਣ ਕੈਪੀਟਲ ਐਂਡ ਰੈਵਨਿਊ ਆਈਟਮ ਦਾ ਅਗਰ ਸਾਨੂੰ ਪਤਾ ਹੋਊਗਾ ਤਾਂ ਸਾਨੂੰ ਇਹ ਵੀ ਪਤਾ ਹੋਊਗਾ ਵੀ ਕਿੰਨੀ ਪੇਮੈਂਟ ਆ ਜਿਹੜੀ ਅਸੀਂ ਉਹ ਕਰਨੀ ਆ। ਉਹਦੇ ਲਈ ਸਾਨੂੰ ਕੀ ਹੈ ਟੈਕਸ ਦੀ ਕੈਲਕੂਲੇਸ਼ਨ ਕਰਨ ਦੇ ਲਈ ਡਿਫਰੈਂਸ ਆ ਜਿਹੜਾ ਪਤਾ ਹੋਣਾ ਚਾਹੀਦਾ ਵੀ ਜਿਹੜੀਆਂ ਕੈਪੀਟਲ ਔਰ ਰੈਵਨਿਊ ਆਈਟਮ ਦੇ ਵਿੱਚ ਸਾਨੂੰ ਕਿੰਨੀਆਂ ਚੀਜ਼ਾਂ ਰਿਸੀਵ ਹੋ ਰਹੀਆਂ, ਕਿੰਨੀਆਂ ਚੀਜ਼ਾਂ ਅਸੀਂ ਖੁਦ ਪੇ ਆਊਟ ਕਰ ਰਹੇ ਹਾਂ। ਜਦੋਂ ਇਹ ਚੀਜ਼ਾਂ ਕਲੀਅਰ ਹੋ ਜਾਣਗੀਆਂ ਵੀ ਸਾਡੇ ਕੋਲ ਇਨਕਮ ਆ ਕਿੰਨੀ ਰਹੀ ਹੈ ਅਤੇ ਇਨਕਮ ਜਾ ਕਿੰਨੀ ਰਹੀ ਹੈ, ਵੀ ਕੋਈ ਕੈਪੀਟਲ ਦੇ ਲਈ ਕੋਈ ਚੀਜ਼ ਖਰੀਦ ਰਹੇ ਹਾਂ ਜਾਂ ਵੈਲਿਊ ਖਰੀਦ ਰਹੇ ਹਾਂ ਤਾਂ ਉਹ ਜਦੋਂ ਕਲੀਅਰ ਹੋ ਜਾਏਗਾ ਫਿਰ ਅਸੀਂ ਕੀ ਆਪਦੇ ਇਨਕਮ ਟੈਕਸ ਨੂੰ ਪਤਾ ਕਰ ਸਕਦੇ ਹਾਂ ਕਿਉਂਕਿ ਇਨਕਮ ਟੈਕਸ ਸਿਰਫ ਔਰ ਸਿਰਫ ਅਸੀਂ ਆਪਣੀ ਇਨਕਮ 'ਤੇ ਪੇ ਆਊਟ ਕਰਦੇ ਹਾਂ। ਦੈਨ ਆ ਜਾਂਦਾ ਹੈ ਟੂ ਐਲੋਕੇਟ ਦਾ ਡੈਪਰੀਸ਼ੀਏਸ਼ਨ ਐਟ ਦਾ ਐਂਡ ਆਫ ਅਕਾਊਂਟਿੰਗ ਪੀਰੀਅਡ। ਹੁਣ ਡੈਪਰੀਸ਼ੀਏਸ਼ਨ ਕਿਹਦੇ 'ਤੇ ਚਾਰਜ ਹੁੰਦੀ ਹੈ? ਓਬਵੀਅਸ ਹੈ ਐਸੈਟਸ 'ਤੇ ਚਾਰਜ ਹੁੰਦੀ ਹੈ। ਤਾਂ ਦੇਖੋ ਡੈਪਰੀਸ਼ੀਏਸ਼ਨ ਇਜ਼ ਚਾਰਜ ਅਗੇਨ ਪ੍ਰੋਫਿਟ ਐਂਡ ਲਾਸ ਅਕਾਊਂਟ ਐਟ ਦਾ ਐਂਡ ਆਫ ਈਅਰ। ਜਦੋਂ ਵੀ ਪ੍ਰੋਫਿਟ ਐਂਡ ਲਾਸ ਨੂੰ ਅਸੀਂ ਦੇਖਣਾ ਹੈ ਤਾਂ ਸਾਡੇ ਕੋਲ ਜਿਹੜੇ ਫਿਕਸਡ ਐਸੈਟਸ ਹੁੰਦੇ ਆ ਉਹਦੇ ਉੱਪਰ ਅਸੀਂ ਜਿਹੜੀ ਡੈਪਰੀਸ਼ੀਏਸ਼ਨ ਆ ਉਹਨੂੰ ਚਾਰਜ ਕਰਦੇ ਹਾਂ ਔਰ ਉਹਨੂੰ ਰਿਕਾਰਡ ਕਿੱਧਰ ਕਰਦੇ ਹਾਂ ਅਸੀਂ ਪ੍ਰੋਫਿਟ ਐਂਡ ਲਾਸ ਦੇ ਕਾਲਮ ਦੇ ਵਿੱਚ। ਹੁਣ ਦੇਖਿਆ ਜਾਵੇ ਤਾਂ ਐਸਿਡ ਆ ਜਿਹੜੇ ਉਹ ਸਾਡੇ ਕੈਪੀਟਲ ਨੇਚਰ ਦੇ ਆ ਬਟ ਜਿਹੜੇ ਐਕਸਪੈਂਡੀਚਰ ਆ ਉਹ ਅਸੀਂ ਚਾਰਜ ਕਿੱਧਰੋਂ ਕਰਦੇ ਹਾਂ ਸਾਡੇ ਰੈਵਨਿਊ ਅਕਾਊਂਟ ਦੇ ਵਿੱਚ। ਅਕਾਊਂਟਿੰਗ ਪੀਰੀਅਡ ਦੇ ਵਿੱਚ ਡੈਪਰੀਸ਼ੀਏਸ਼ਨ ਆ ਤਾਂ ਸਮ ਆਫ ਐਕਸਪੈਂਸਿਸ ਸੱਚ ਐਜ਼ ਇੰਸਟਾਲੇਸ਼ਨ ਚਾਰਜਸ ਮੇ ਬੀ ਡੈਬਿਟਡ ਟੂ ਦਾ ਕੋਸਟ ਆਫ ਫਿਕਸਡ ਐਸਿਡ। ਕੁਛ ਇੱਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੂੰ ਅਸੀਂ ਫਿਕਸਡ ਐਸਿਡ ਜਿਹੜੇ ਹੈਗੇ ਉਹਦੀ ਕੋਸਟ ਵਿੱਚ ਇਨਕਲੂਡ ਕਰ ਦਿੰਦੇ ਹਾਂ, ਸ਼ਾਮਿਲ ਕਰ ਦਿੰਦੇ ਹਾਂ। ਤਾਂ ਇਹ ਤਾਂ ਹੀ ਪੋਸੀਬਲ ਆ ਅਗਰ ਸਾਡੇ ਕੋਲ ਕੀ ਆ ਪ੍ਰੋਪਰ ਫਾਈਨਲ ਸਟੇਟਮੈਂਟ ਆ ਜਿਹੜੀ ਉਹ ਹੋਏਗੀ ਔਰ ਇਹ ਡੈਪਰੀਸ਼ੀਏਸ਼ਨ ਚਾਰਜ ਕਰਨਾ ਪ੍ਰੋਫਿਟ ਐਂਡ ਲਾਸ ਦੀ ਕੈਲਕੂਲੇਸ਼ਨ ਤੋਂ ਪਹਿਲਾਂ ਹੋਏਗਾ। ਈਵਨ ਕਿ ਫਾਈਨੈਂਸ਼ੀਅਲ ਸਟੇਟਮੈਂਟ ਤੋਂ ਪਹਿਲਾਂ ਅਸੀਂ ਇਹ ਚੀਜ਼ ਦੀ ਆਇਡੈਂਟੀਫਿਕੇਸ਼ਨ ਕਰ ਲਾਂਗੇ ਕਿ ਕਿਹੜੀਆਂ ਚੀਜ਼ਾਂ 'ਤੇ ਅਸੀਂ ਡੈਪਰੀਸ਼ੀਏਸ਼ਨ ਕੈਲਕੂਲੇਟ ਕਰਨੀ ਆ ਔਰ ਕਿੰਨਾ 'ਤੇ ਡੈਪਰੀਸ਼ੀਏਸ਼ਨ ਕੈਲਕੂਲੇਟ ਅਸੀਂ ਨਹੀਂ ਕਰਨੀ।
फिर साडे कोल आ जाता टू फाइंड आउट अ ट्रू एंड फेयर पोजीशन। बिजनेसमैन हमेशा इस चीज़ ਨੂੰ ਪ੍ਰਾਇੋਰਟੀ ਦੇਗਾ ਕਿ ਉਹਨੂੰ ਪਤਾ ਲੱਗੇ ਕਿ ਮੇਰਾ ਬਿਜ਼ਨਸ ਕਿਵੇਂ ਦਾ ਹੈ, ਮਤਲਬ ਪ੍ਰੋਫਿਟ 'ਚ ਜਾ ਰਿਹਾ ਹੈਗਾ ਕਿ ਲਾਸ 'ਚ ਜਾ ਰਿਹਾ ਹੈ। ਜੇ ਬਿਜ਼ਨਸ ਲਾਸ 'ਚ ਜਾਊਗਾ ਤਾਂ ਓਬਵੀਅਸ ਆ ਕੋਈ ਨਾ ਕੋਈ ਨਵੇਂ ਪਲਾਨ ਬਣਾਏਗਾ, ਨਵੀਆਂ ਜਿਹੜੀਆਂ ਸਟ੍ਰੈਟਜੀਜ਼ ਆ, ਨਵੇਂ ਮੈਥਡਸ ਆ ਜਿਹੜੇ ਉਹਨਾਂ ਨੂੰ ਫੋਲੋ ਕਰੇਗਾ ਤਾਂ ਕਿ ਉਹ ਆਪਣੇ ਇੱਕ ਡਿਜ਼ਾਇਰੇਬਲ ਜਿਹੜੀ ਪੋਜੀਸ਼ਨ ਆ ਉਹਦੇ ਉੱਪਰ ਪਹੁੰਚ ਸਕੇ। ਹੁਣ ਐਵਰੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਪ੍ਰਪੇਅਰ ਐਂਡ ਮੇਨਟੇਨ ਬੈਲੈਂਸ ਸ਼ੀਟ। ਆਪ ਇੱਥੇ ਕਲੀਅਰੈਂਸ ਹੈ ਆਪਣੇ ਕੋਲੇ ਕਿ ਬੈਲੈਂਸ ਸ਼ੀਟ ਹਰੇਕ ਬਿਜ਼ਨਸਮੈਨ ਆ ਜਿਹੜਾ ਉਹ ਪ੍ਰਪੇਅਰ ਕਰਦਾ ਹੈ ਔਰ ਇਹ ਜਾਣਨ ਦੇ ਲਈ ਕਿ ਉਹਦੀ ਇਕਨੋਮਿਕਲ ਕੰਡੀਸ਼ਨ ਕੀ ਆ, ਫਾਈਨੈਂਸ਼ੀਅਲ ਪੋਜੀਸ਼ਨ ਕੀ ਆ, ਵੀ ਉਹ ਕਿੰਨਾ ਕੁ ਜ਼ਿਆਦਾ ਲਾਸ 'ਚ ਜਾ ਰਿਹਾ, ਕਿੰਨੀ ਕੁ ਜ਼ਿਆਦਾ ਉਹ ਪ੍ਰੋਫਿਟ ਨੂੰ ਅਰਨ ਕਰ ਰਿਹਾ। ਸੋ ਇਹਦੇ ਲਈ ਉਹ ਕੈਪੀਟਲ ਅਤੇ ਰੈਵਨਿਊ ਨੂੰ ਡਿਫਰੈਂਸ਼ੀਏਟ ਕਰਦਾ ਹੈ ਤਾਂ ਕਿ ਉਹਨੂੰ ਪਤਾ ਲੱਗ ਜਾਏ ਕਿ ਐਟ ਪ੍ਰੈਜੈਂਟ ਮੇਰੇ ਕੋਲ ਕਿੰਨੀ ਜ਼ਿਆਦਾ ਕੈਪੀਟਲ ਆ ਔਰ ਮੈਂ ਇੱਕ 1 ਈਅਰ ਦੇ ਵਿੱਚ ਮੈਂ ਕਿੰਨੀ ਜ਼ਿਆਦਾ ਰੈਵਨਿਊ ਅਰਨ ਕਰ ਰਿਹਾ ਹੈ। ਔਰ ਇਹਦੇ ਲਈ ਉਹ ਪ੍ਰੋਪਰਲੀ ਮੇਨਟੇਨ ਕਰਦਾ ਹੈ ਕੈਪੀਟਲ ਆਈਟਮ ਔਰ ਜਿਹੜੀਆਂ ਸਾਡੇ ਕੋਲੇ ਰੈਵਨਿਊ ਆਈਟਮਸ ਨੇ। ਕੈਪੀਟਲ ਆਈਟਮ ਨੂੰ ਬੈਲੈਂਸ ਸ਼ੀਟ ਦੇ ਵਿੱਚ ਰਿਕਾਰਡ ਕਰ ਲੇਗਾ, ਉਹਨੂੰ ਆਪਣੀ ਬੈਲੈਂਸ ਸ਼ੀਟ ਦਾ ਕਰੈਕਟ ਪਤਾ ਲੱਗ ਜਾਏਗਾ ਅਤੇ ਜਿਹੜੀਆਂ ਰੈਵਨਿਊ ਆਈਟਮਸ ਆ ਉਹਨਾਂ ਨੂੰ ਕੀ ਕਰੇਗਾ ਉਹ ਆਪਣੇ ਪ੍ਰੋਫਿਟ ਐਂਡ ਲਾਸ ਦੇ ਵਿੱਚ ਰਿਕਾਰਡ ਆਊਟ ਕਰੇਗਾ। ਨੈਕਸਟ ਹੈਗਾ ਆਪਣੇ ਕੋਲੇ ਟੂ ਮੇਨਟੇਨ ਰਿਕਾਰਡ ਔਨ ਸਾਇੰਟੀਫਿਕ ਲਾਈਨਸ। ਸਾਇੰਟੀਫਿਕ ਲਾਈਨ ਦੇ ਅਕੋਰਡਿੰਗ ਵੀ ਉਹ ਰਿਕਾਰਡ ਆ ਜਿਹੜੇ ਉਹ ਪ੍ਰਪੇਅਰ ਕਰਦਾ ਹੈ। ਦੇਖੋ ਇਨ ਅਕਾਊਂਟਿੰਗ ਥਿਊਰੀ ਐਂਡ ਪ੍ਰੈਕਟਿਸਿਸ ਆਲ ਕੈਪੀਟਲ ਟ੍ਰਾਂਜੈਕਸ਼ਨ ਸ਼ੁੱਡ ਫਾਰਮ ਅ ਪਾਰਟ ਆਫ ਦ ਪੋਜੀਸ਼ਨ ਸਟੇਟਮੈਂਟ ਆਫ ਬੈਲੈਂਸ ਸ਼ੀਟ। ਹੁਣ ਕੋਈ ਵੀ ਚਾਹੇ ਥਿਊਰੀ ਦੀ ਕੋਈ ਕੰਸੈਪਟ ਹੋਵੇ, ਚਾਹੇ ਕੋਈ ਪ੍ਰੈਕਟੀਕਲ ਕੰਸੈਪਟ ਹੋਵੇ, ਦੋਨੋਂ ਕੀ ਆ ਉਹਨਾਂ ਦੀ ਆਪਣੀ ਆਪਣੀ ਵੈਲਿਊ ਆ। ਜਦੋਂ ਵੀ ਅਸੀਂ ਸਟੇਟਮੈਂਟ ਨੂੰ ਪ੍ਰਪੇਅਰ ਕਰਦੇ ਹਾਂ ਜਾਂ ਬਿਜ਼ਨਸ ਦੀ ਸਟੇਟਮੈਂਟ ਨੂੰ ਅਸੀਂ ਰਿਕਾਰਡ ਕਰਦੇ ਹਾਂ, ਚਾਹੇ ਉਹ ਬੈਲੈਂਸ ਸ਼ੀਟ ਦੀ ਰਿਕਾਰਡਿੰਗ ਹੋਵੇ, ਚਾਹੇ ਉਹ ਕੋਈ ਸਾਡੇ ਕੋਲੇ ਰੈਵਨਿਊ ਜਾਂ ਪ੍ਰੋਫਿਟ ਐਂਡ ਲਾਸ ਦੀ ਸਟੇਟਮੈਂਟ ਦੀ ਰਿਕਾਰਡਿੰਗ ਹੋਵੇ। ਹੁਣ ਜਦੋਂ ਵੀ ਅਸੀਂ ਬੈਲੈਂਸ ਸ਼ੀਟ ਦੇ ਵਿੱਚ ਰਿਕਾਰਡ ਕਰਦੇ ਹਾਂ ਅਸੀਂ ਕੈਪੀਟਲ ਦੀਆਂ ਸਾਰੀਆਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰ ਲੈਂਦੇ ਹਾਂ। ਫਿਰ ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰੋਫਿਟ ਐਂਡ ਲਾਸ ਦੀ ਯਾਨੀ ਕਿ ਇਨਕਮ ਸਟੇਟਮੈਂਟ ਦੀ, ਉਹਦੇ ਵਿੱਚ ਅਸੀਂ ਇਨਕਲੂਡ ਕਰਦੇ ਹਾਂ ਆਲ ਰੈਵਨਿਊ ਟ੍ਰਾਂਜੈਕਸ਼ਨਸ ਨੂੰ। ਹੁਣ ਹਰੇਕ ਬਿਜ਼ਨਸ ਜਾਂ ਇੰਸਟੀਟਿਊਸ਼ਨ ਇਹ ਦੇਖੇਗਾ ਕਿ ਜੋ ਸਾਡੇ ਕੋਲ ਇੱਕ ਬਿਜ਼ਨਸ ਚੱਲ ਰਿਹਾ ਹੈਗਾ, ਜੋ ਸਾਡੇ ਕੋਲ ਕੰਮ ਚੱਲ ਰਿਹਾ, ਉਹਨਾਂ ਦੀ ਸਾਰੀ ਇਨਫੋਰਮੇਸ਼ਨ ਨੂੰ ਅਸੀਂ ਸਾਇੰਟੀਫਿਕਲੀ ਤੌਰ 'ਤੇ ਰਿਕਾਰਡ ਕਰੀਏ ਤਾਂ ਕਿ ਜਿੰਨੀਆਂ ਵੀ ਸਾਡੇ ਕੋਲ ਰੈਲੇਵੈਂਟ ਟ੍ਰਾਂਜੈਕਸ਼ਨਸ ਆ ਉਹਨੂੰ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਸਹੀ ਲਿਖਿਆ ਜਾ ਸਕੇ। ਅਗਰ ਇਹ ਚੀਜ਼ਾਂ ਸਹੀ ਲਿਖੀਆਂ ਜਾਣਗੀਆਂ ਫਿਰ ਹੀ ਬਿਜ਼ਨਸ ਨੂੰ ਆਪਦੀ ਐਕਚੁਅਲ ਜਿਹੜੀ ਪੋਜੀਸ਼ਨ ਆ, ਫਾਈਨੈਂਸ਼ੀਅਲ ਪੋਜੀਸ਼ਨ ਆ ਉਹਦਾ ਪਤਾ ਚੱਲੇਗਾ। ਅਗਰ ਇਹ ਚੀਜ਼ਾਂ ਨਹੀਂ ਹੋਣਗੀਆਂ ਤਾਂ ਬਿਜ਼ਨਸ ਨੂੰ ਬਿਲਕੁਲ ਹੀ ਨਹੀਂ ਪਤਾ ਚੱਲੇਗਾ ਕਿ ਉਹ ਕਿਸ ਜਗ੍ਹਾ 'ਤੇ ਸਟੈਂਡ ਕਰ ਰਿਹਾ, ਉਹਨੂੰ ਪ੍ਰੋਫਿਟ ਹੋ ਰਿਹਾ ਜਾਂ ਲਾਸ ਹੋ ਰਿਹਾ। ਨੈਕਸਟ ਆਪਣੇ ਕੋਲ ਕੁਛ ਇੱਕ ਡਾਇਗਰਾਮ ਦਿੱਤੀ ਹੋਈ ਹੈ ਜਿਹਦੇ ਵਿੱਚ ਆਪਾਂ ਨੂੰ ਕਲਾਸੀਫਿਕੇਸ਼ਨ ਦਿੱਤੀ ਹੈ ਕੈਪੀਟਲ ਐਂਡ ਰੈਵਨਿਊ ਆਈਟਮ ਦੀ। ਪਹਿਲਾ ਹੈ ਸਾਡੇ ਕੋਲ ਕੈਪੀਟਲ ਐਂਡ ਰੈਵਨਿਊ ਐਕਸਪੈਂਡੀਚਰ, ਫਿਰ ਸਾਡੇ ਕੋਲ ਹੈ ਕੈਪੀਟਲ ਐਂਡ ਰੈਵਨਿਊ ਰਿਸਿਪਟ, ਫਿਰ ਕੈਪੀਟਲ ਐਂਡ ਰੈਵਨਿਊ ਪੇਮੈਂਟਸ, ਦੈਨ ਕੈਪੀਟਲ ਐਂਡ ਰੈਵਨਿਊ ਪ੍ਰੋਫਿਟਸ ਐਂਡ ਕੈਪੀਟਲ ਐਂਡ ਰੈਵਨਿਊ ਲਾਸਿਸ। ਇਹ ਕੁਛ ਕਲਾਸੀਫਿਕੇਸ਼ਨਸ ਨੇ ਜੋ ਆਪਾਂ ਨੂੰ ਅੱਗੇ ਡਿਸਕਸ ਕਰਕੇ ਦਿੱਤੀਆਂ ਹੋਈਆਂ ਨੇ। ਫਸਟ ਆਫ ਆਲ ਆਪਣੇ ਕੋਲ ਹੈ ਕੈਪੀਟਲ ਐਕਸਪੈਂਡੀਚਰ। ਕੈਪੀਟਲ ਐਕਸਪੈਂਡੀਚਰ ਤਾਂ ਸਾਨੂੰ ਦਿੱਤੇ ਹੋਏ ਆ ਵੀ ਕੈਪੀਟਲ ਐਕਸਪੈਂਡੀਚਰ ਕੀ ਹੁੰਦੀ ਹੈ। ਕੈਪੀਟਲ ਐਕਸਪੈਂਡੀਚਰ ਦਾ ਮਤਲਬ ਹੁੰਦਾ ਹੈ ਕਿ ਇਹ ਉਹ ਚੀਜ਼ਾਂ ਹੁੰਦੀਆਂ ਜਿਹੜੀਆਂ ਕਿਸੇ ਵੀ ਪਰਸਨ ਨੇ ਕੈਪੀਟਲ ਨੂੰ ਖਰੀਦਣ ਦੇ ਲਈ, ਕੈਪੀਟਲ ਦੀਆਂ ਵੈਲਿਊਜ਼ ਨੂੰ ਖਰੀਦਣ ਦੇ ਲਈ ਜਿਹੜੇ ਖਰਚ ਕੀਤੇ ਹੋਣਗੇ ਉਹਨਾਂ ਨੂੰ ਅਸੀਂ ਕੈਪੀਟਲ ਐਕਸਪੈਂਡੀਚਰ ਕਹਿੰਦੇ ਹਾਂ। ਸਾਡੇ ਕੋਲ ਡੈਫੀਨੇਸ਼ਨ ਆ ਸੈਕਿੰਡ, ਕੈਪੀਟਲ ਐਕਸਪੈਂਡੀਚਰ ਮੇ ਬੀ ਡਿਸਕ੍ਰਾਈਬਡ ਐਜ਼ ਆਊਟਲੇ ਰਿਜ਼ਲਟਿੰਗ ਇਨ ਇਨਕਰੀਜ਼ ਔਰ ਐਕੁਜ਼ੀਸ਼ਨ ਆਫ ਐਸਿਡ, ਕਿ ਇਨਕਰੀਜ਼ ਕਰਨਾ ਜਾਂ ਤਾਂ ਐਸਿਡਸ ਨੂੰ ਵਧਾਉਣਾ ਜਾਂ ਉਹਨਾਂ ਨੂੰ ਕੰਪਨੀ ਦੇ ਵਿੱਚ ਲੈ ਕੇ ਆਉਣਾ। ਹੁਣ ਐਸਿਡਸ ਕਿਹੜੇ ਕਿਹੜੇ ਹੋ ਸਕਦੇ ਆ, ਲੈਂਡ ਐਂਡ ਬਿਲਡਿੰਗ ਹੋ ਸਕਦੀ ਹੈ, ਸਾਡੇ ਕੋਲੇ ਕੋਈ ਮਸ਼ੀਨਰੀ ਹੋ ਸਕਦੀ ਹੈ, ਸਾਡੇ ਕੋਲੇ ਕੋਈ ਫਰਨੀਚਰ ਦੀ ਗੱਲ ਕੀਤੀ ਜਾ ਸਕਦੀ ਹੈ। ਠੀਕ ਹੈ, ਇਹ ਜਿਹੜੇ ਸਾਡੇ ਸਾਰੇ ਐਸਿਡਸ ਆ ਇਹਨਾਂ ਨੂੰ ਜਦੋਂ ਬਿਜ਼ਨਸ ਐਕਵਾਇਰ ਕਰੇਗਾ, ਖਰੀਦੇਗਾ ਤਾਂ ਉਹ ਸਾਡੇ ਕੀ ਹੋਣਗੇ ਕੈਪੀਟਲ ਐਕਸਪੈਂਡੀਚਰ, ਯਾਨੀ ਕਿ ਪੂੰਜੀ ਖਰਚੇ ਜਿਨ੍ਹਾਂ ਨੂੰ ਬਿਜ਼ਨਸ ਨੇ ਖੁਦ ਜਿਹੜੇ ਖਰਚੇ ਕੀਤੇ ਆ ਟੂ ਇਨਕਰੀਜ਼ ਦੀ ਅਰਨਿੰਗ ਕੈਪੈਸਿਟੀ ਆਫ ਬਿਜ਼ਨਸ। ਉਹਦਾ ਮਕਸਦ ਕੀ ਹੋਏਗਾ ਕਿ ਜੇ ਸਾਡੇ ਕੋਲ ਐਸਿਡਸ ਜ਼ਿਆਦਾ ਹੋਣਗੇ, ਚੀਜ਼ਾਂ ਜ਼ਿਆਦਾ ਹੋਣਗੀਆਂ ਤਾਂ ਬਿਜ਼ਨਸ ਦੀ ਜਿਹੜੀ ਅਰਨਿੰਗ ਆ ਉਹ ਜ਼ਿਆਦਾ ਚਲੀ ਜਾਏਗੀ। ਸੋ ਮੇਨ ਬੇਸਿਕ ਇੱਕ ਪੁਆਇੰਟ ਆ ਕਿ ਇਨਕਰੀਜ਼ ਕੀਤੇ ਜਾਂਦੇ ਆ ਐਸਿਡਸ ਔਰ ਜਿਹੜੇ ਖਰਚੇ ਉਹਦੇ 'ਤੇ ਲਗਾਏ ਜਾਂਦੇ ਉਹਨੂੰ ਕੀ ਬੋਲਦੇ ਹਾਂ ਆਪਾਂ ਕੈਪੀਟਲ ਐਕਸਪੈਂਡੀਚਰ। ਸੋ ਅੱਜ ਆਪਾਂ ਸਿਰਫ ਇਹਦਾ ਮੀਨਿੰਗ ਕਰਾਂਗੇ, ਕੱਲ੍ਹ ਦੇ ਕੰਸੈਪਟ ਦੇ ਵਿੱਚ ਇਹਦੀ ਅਗਲੀ ਡਿਸਕਸ਼ਨ ਜਿਹੜੀ ਉਹ ਕਰਾਂਗੇ। ਆਈ ਹੋਪ ਕਿ ਤੁਹਾਨੂੰ ਇਹ ਕੰਸੈਪਟ ਸਮਝ ਆਇਆ ਹੋਵੇਗਾ। ਸੋ ਅੱਜ ਦੇ ਇਸ ਟੋਪਿਕ ਨੂੰ ਚੰਗੀ ਤਰ੍ਹਾਂ ਦੇਖਣਾ ਹੈ। ਨੈਕਸਟ ਆਪਾਂ ਇਸ ਦੇ ਰਿਲੇਟਡ ਅਗਲੀ ਇਨਫੋਰਮੇਸ਼ਨਸ ਨੂੰ ਡਿਸਕਸ ਕਰਾਂਗੇ। ਥੈਂਕ ਯੂ, ਹੈਵ ਅ ਨਾਈਸ ਡੇ।